ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਦੋ ਤਰੀਕਿਆਂ ਨਾਲ ਆਪ ਜੀ ਨੇ ਮੂਲ ਮੰਤਰ ਜਾਂ ਮੰਗਲਾਚਰਨ ਜੋ ਇਹ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਅੱਜ ਇਸੇ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹਾਂ। ਹਾਲਾਂਕਿ ਇਸ ਵਿਸ਼ੇ ਤੇ ਵਿਚਾਰ ਰੱਖਦਿਆਂ ਹੋਇਆਂ ਮੈਨੂੰ ਅਫਸੋਸ ਅਤੇ ਦੁੱਖ ਹੋ ਰਿਹਾ ਹੈ ਕਿ ਇਹ ਕੋਈ ਐਸਾ ਵਿਸ਼ਾ ਨਹੀਂ ਸੀ ਸਾਡੇ ਲਈ ਹੋਣਾ ਚਾਹੀਦਾ ਜਿਸ ਵਿੱਚ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਹੋਵੇ, ਬਲਕਿ ਇਹ ਬੜਾ ਸਪਸ਼ਟ ਹੋਣਾ ਚਾਹੀਦਾ ਸੀ। ਅੱਜ ਤੋਂ ਲਗਭਗ 30 ਸਾਲ ਪਹਿਲਾਂ ਇੱਕ ਲੜਕਾ ਮੇਰੇ ਕੋਲ ਕੰਮ ਕਰਦਾ ਸੀ ਜੋ ਕਿਸੇ ਡੇਰੇ ਨਾਲ ਜੁੜਿਆ ਹੋਇਆ ਸੀ। ਇੱਕ ਵਾਰੀ ਉਹ ਮੈਨੂੰ ਕਹਿਣ ਲੱਗਾ ਕਿ ਮੂਲ ਮੰਤਰ ਕਿੱਥੋਂ ਤੱਕ ਹੈ। ਮੈਂ ਸੁਭਾਵਕ ਹੀ ਕਿਹਾ ਕਿ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਉਹ ਕਹਿਣ ਲੱਗਾ ਜੀ ਨਹੀਂ, ਸਾਡੇ ਬਾਬਾ ਜੀ ਕਹਿੰਦੇ ਹਨ ਕਿ ਜਦ ਤੱਕ ਨਾਨਕ ਦਾ ਵਿੱਚ ਨਾਮ ਨਹੀਂ ਆ ਰਿਹਾ ਤਦ ਤੱਕ ਇਹ ਮੂਲ ਮੰਤਰ ਅਧੂਰਾ ਹੈ। ਗੱਲ ਆਈ ਗਈ ਹੋ ਗਈ, ਜ਼ਿਆਦਾ ਤਵੱਜੋ ਨਹੀਂ ਦਿੱਤੀ। ਪਰ ਹੁਣ 30 ਸਾਲ ਬਾਅਦ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੀ ਮੈਨੂੰ ਕੀ ਲੋੜ ਪੈ ਗਈ? ਉਹ ਇਸ ਲਈ ਕਿ ਪਿਛਲੇ ਦਿਨੀ ਮੈਂ ਗੁਰਦੁਆਰਾ ਸਾਹਿਬ ਗਿਆ, ਜੋ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਤਿਹਾਸਿਕ ਸਥਾਨ ਹੈ। ਆਮ ਤੌਰ ਉੱਪਰ ਥੋੜ੍ਹਾ ਕੀਰਤਨ ਦਾ ਸ਼ੌਂਕ ਹੋਣ ਦੇ ਕਾਰਨ ਉਸ ਸਮੇਂ ਜਾਈਦਾ ਹੈ ਜਦੋਂ ਕੀਰਤਨ ਹੋ ਰਿਹਾ ਹੋਵੇ। ਥੋੜ੍ਹੀ ਦੇਰ ਕੀਰਤਨ ਸੁਣਿਆ ਅਤੇ ਆਪਣੇ ਕੰਮ ਵਿੱਚ ਆ ਗਏ। ਪਰ ਜਦੋਂ ਮੈਂ ਹੁਣ ਗਿਆ ਤਾਂ ਸੰਧਿਆ ਦਾ ਸਮਾਂ ਸੀ। ਸੂਰਜ ਪ੍ਰਕਾਸ਼ ਗ੍ਰੰਥ ਦੀ ਇਤਿਹਾਸ ਦੀ ਕਥਾ ਚੱਲ ਰਹੀ ਸੀ। ਜਿਵੇਂ ਹੀ ਕਥਾ ਖਤਮ ਹੋਈ, ਉਵੇਂ ਹੀ ਸੰਗਤ ਨੇ ਜਾਪ ਸ਼ੁਰੂ ਕੀਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ 5 ਵਾਰੀ ਜਾਪ ਕੀਤਾ ਗਿਆ। ਹੈਰਾਨਗੀ ਹੋਈ ਕਿ ਜੋ ਗ੍ਰੰਥੀ ਸਿੰਘ ਉਸ ਵੇਲੇ ਤਾਬਿਆਂ ਤੇ ਬੈਠੇ ਸਨ, ਜੋ ਉੱਥੇ ਸੇਵਾਦਾਰ ਡਿਊਟੀ ਤੇ ਖੜੇ ਸਨ, ਉਹ ਸਾਰੇ ਨਾਲ ਬੋਲ ਰਹੇ ਸਨ। ਉਹ ਪੂਰਾ ਬੋਲ ਰਹੇ ਸਨ। ਹੁਣ ਜਦੋਂ ਸਾਡੇ ਵਿੱਚ ਕੋਈ ਕਮੀ ਹੁੰਦੀ ਹੈ, ਕਿਸੇ ਚੀਜ਼ ਦਾ ਨਹੀਂ ਪਤਾ ਹੁੰਦਾ, ਤਾਂ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਗੁਰੂ ਘਰ ਜਾਈਏ, ਉੱਥੋਂ ਸੇਧ ਲੈ ਕੇ ਆਈਏ ਕਿ ਇਹ ਜੋ ਅਸੀਂ ਸੋਚ ਰਹੇ ਹਾਂ ਉਹ ਕੀ ਹੈ, ਕੀ ਉਹ ਗੁਰਮਤਿ ਅਨੁਸਾਰ ਹੈ ਜਾਂ ਨਹੀਂ। ਪਰ ਜਦੋਂ ਇਹ
ਜਾਪ ਉੱਥੇ ਮੈਂ ਸੁਣਿਆ ਕਿ ਮੂਲ ਮੰਤਰ ਦਾ ਜਾਪ ਕੀਤਾ ਜਾ ਰਿਹਾ ਹੈ ਔਰ ਨਾਨਕ ਹੋਸੀ ਪੀ ਸੱਚ ਤੱਕ। ਇਸ ਲਈ ਮੈਂ ਪਹਿਲਾਂ ਕਿਹਾ ਕਿ ਮੈਨੂੰ ਇਸ ਵਿਸ਼ੇ ਤੇ ਵਿਚਾਰ ਰੱਖਦਿਆਂ ਅਫਸੋਸ ਵੀ ਹੋ ਰਿਹਾ ਹੈ ਅਤੇ ਦੁੱਖ ਵੀ ਹੋ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਤਕਰੀਬਨ 550 ਸਾਲ ਪਹਿਲਾਂ ਜਦੋਂ ਆਪ ਜੀ ਦਾ ਅਵਤਾਰ ਹੋਇਆ, ਉਹ ਜਦੋਂ ਬਾਣੀ ਉਚਾਰੀ ਤਾਂ ਸਭ ਤੋਂ ਪਹਿਲਾਂ ਮੰਗਲਾਚਰਨ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਉਚਾਰਨ ਕੀਤਾ। ਉਪਰੰਤ ਜਪ ਬਾਣੀ। ਹੁਣ ਜਦੋਂ ਅਸੀਂ ਕਿਸੇ ਵੀ ਭਾਸ਼ਾ ਦੀ ਤਰਤੀਬ ਵੇਖਦੇ ਹਾਂ ਤਾਂ ਉਸ ਵਿੱਚ ਜਦੋਂ ਕੋਈ ਤੁਕ ਪੂਰੀ ਹੁੰਦੀ ਹੈ ਉਸ ਵਿੱਚ ਫੁੱਲ ਸਟਾਪ ਜਾਂ ਪੂਰਨ ਵਿਰਾਮ ਲੱਗਦਾ ਹੈ। ਇੰਗਲਿਸ਼ ਵਿੱਚ ਇਸ ਨੂੰ ਫੁੱਲ ਸਟਾਪ ਜੋ ਕਿ ਡਾਟ ਦੇ ਰੂਪ ਵਿੱਚ ਹੁੰਦਾ ਹੈ ਇਹ ਲਗਾਇਆ ਜਾਂਦਾ ਹੈ ਕਿ ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਤੁਕ ਹੁਣ ਇੱਥੇ ਕੰਪਲੀਟ ਹੋ ਗਈ ਹੈ। ਹਿੰਦੀ ਔਰ ਪੰਜਾਬੀ ਵਿੱਚ ਪੂਰਨ ਵਿਰਾਮ ਇੱਕ ਡੰਡੇ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ ਕਿ ਇਹ ਤੁਕ ਇੱਥੇ ਪੂਰੀ ਹੋ ਗਈ ਹੈ। ਜੇ ਅਸੀਂ ਗੁਰਬਾਣੀ ਦੀ ਬਣਤਰ ਵੇਖੀਏ ਤਾਂ ਜਦੋਂ ਬਾਣੀ ਆਰੰਭ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੀ ਤੁਕ ਆਉਂਦੀ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਦੇ ਬਾਅਦ ਪੂਰਨ ਵਿਰਾਮ ਦੇ ਰੂਪ ਵਿੱਚ 2 ਡੰਡੇ। ਅਗਲੀ ਤੁਕ ਵਿੱਚ ਪਹਿਲਾਂ 2 ਡੰਡੇ ਜਪ ਅਤੇ ਫਿਰ 2 ਡੰਡੇ। ਇੱਥੇ ਜਪ ਨੂੰ ਮੁਕਤਾ ਕਰ ਦਿੱਤਾ ਗਿਆ ਹੈ। 2 ਡੰਡੇ ਪਹਿਲੇ ਹਨ, 2 ਡੰਡੇ ਬਾਅਦ ਵਿੱਚ ਹਨ। ਉਹ ਪੂਰੀ ਤੁਕ ਵਿੱਚ ਪੂਰੀ ਲਾਈਨ ਵਿੱਚ ਅੱਗੇ ਵੀ ਸਪੇਸ ਖਾਲੀ ਪਿਆ ਹੈ ਅਤੇ ਪਿੱਛੇ ਵੀ ਖਾਲੀ ਪਿਆ ਹੈ। ਕੇਵਲ ਜਪ ਲਿਖਿਆ ਹੋਇਆ ਹੈ। 2 ਡੰਡੇ ਅੱਗੇ ਹਨ, 2 ਡੰਡੇ ਪਿੱਛੇ ਹਨ। ਉਸ ਦੇ ਬਾਅਦ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ 2 ਡੰਡੇ ਅਤੇ ਫਿਰ ਅੰਕ 1। ਫਿਰ 2 ਡੰਡੇ ਅਤੇ ਅੱਗੇ ਪੌੜੀਆਂ ਸ਼ੁਰੂ ਹੁੰਦੀਆਂ ਹਨ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ। ਹੁਣ ਜੇ ਇੱਥੇ ਦੇਖੀਏ ਤਾਂ ਜਿਹੜਾ ਜਪ ਦਾ ਲਫ਼ਜ਼ ਲਿਖਿਆ ਹੈ ਇਹ ਬਾਣੀ ਦਾ ਨਾਮ ਹੈ ਜਿਸ ਨੂੰ ਅਸੀਂ ਸਤਿਕਾਰ ਅਤੇ ਪਿਆਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ। ਜਪ ਤੋਂ ਪਹਿਲਾਂ ਵੀ 2 ਡੰਡੇ ਹਨ, ਜਪ ਦੇ ਬਾਅਦ ਵੀ 2 ਡੰਡੇ ਹਨ। ਔਰ ਗੁਰਪ੍ਰਸਾਦ ਤੋਂ ਬਾਅਦ ਜੋ 2 ਡੰਡੇ ਹਨ ਤਾਂ ਅਗਲੀ ਤੁਕ ਵਿੱਚ ਅਗਲੀ ਲਾਈਨ ਵਿੱਚ ਜਪ ਕੇਵਲ ਜਪ ਦਾ ਨਾਮ ਲਿਖਿਆ ਹੋਇਆ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਸ਼ਲੋਕ ਹੈ। ਗੁਰੂ ਸਾਹਿਬ ਨੇ ਇਹ ਕੇਵਲ ਇੱਕ ਵਾਰੀ ਦਰਜ ਨਹੀਂ ਕੀਤਾ, ਜਿਹੜਾ ਮੰਗਲਾਚਰਨ ਹੈ ਕਈ ਵਾਰੀ ਦਰਜ ਕੀਤਾ ਹੈ। ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਰਸ਼ਨ ਕਰਦਿਆਂ ਹੋਇਆਂ ਇਹ ਬਾਰ-ਬਾਰ ਅਲੱਗ-ਅਲੱਗ ਰੂਪਾਂ ਵਿੱਚ ਸਾਡੇ ਸਾਹਮਣੇ ਮੰਗਲਾਚਰਨ ਆਉਂਦਾ ਹੈ। ਜਦੋਂ ਗੁਰਦੁਆਰਾ ਸਾਹਿਬ ਤੋਂ ਮੈਂ ਆਇਆ ਸੁਭਾਵਕ 2-3 ਦਿਨ ਦੇ ਬਾਅਦ ਇੱਕ ਗ੍ਰੰਥੀ ਸਿੰਘ ਜੋ ਕਿ ਉੱਥੇ ਡਿਊਟੀ ਨਿਭਾਉਂਦੇ ਹਨ ਮੈਨੂੰ ਕਿਸੇ ਦੁਕਾਨ ਤੇ ਮਿਲ ਗਏ। ਫਤਿਹ ਦੀ ਸਾਂਝ ਕੀਤੀ
ਅਤੇ ਇਹੀ ਗੱਲ ਮੈਂ ਉਹਨਾਂ ਨਾਲ ਵੀ ਕੀਤੀ। ਉਹ ਕਹਿਣ ਲੱਗਿਆ ਜੀ ਜਦੋਂ ਤਾਬਿਆਂ ਤੇ ਬੈਠੇ ਹੁੰਦੇ ਹਾਂ ਅਸੀਂ ਆਪਣੀ ਮਰਜ਼ੀ ਨਾਲ ਉੱਥੇ ਕੁਝ ਨਹੀਂ ਕਹਿ ਸਕਦੇ। ਹਾਲਾਂਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ, ਪਰ ਸੰਗਤ ਕਿਉਂਕਿ ਪੂਰਾ ਬੋਲਦੀ ਹੈ ਨਾਨਕ ਹੋਸੀ ਵੀ ਸੱਚ ਤੱਕ, ਇਸ ਲਈ ਅਸੀਂ ਉੱਥੇ ਕੁਝ ਕਹਿ ਨਹੀਂ ਸਕਦੇ। ਹਾਂ, ਤੁਹਾਡਾ ਜੋ ਇਹ ਵਿਚਾਰ ਹੈ, ਤੁਹਾਡੀ ਜੋ ਸ਼ਿਕਾਇਤ ਹੈ, ਹੈੱਡ ਗ੍ਰੰਥੀ ਸਾਹਿਬ ਨੂੰ ਪਹੁੰਚਾ ਦਿਆਂਗੇ, ਤਾਂ ਕਿ ਜੇ ਹੈੱਡ ਗ੍ਰੰਥੀ ਸਾਹਿਬ ਇਸ ਬਾਰੇ ਵਿਚਾਰ ਕਰਕੇ ਉੱਥੇ ਅਨਾਉਂਸਮੈਂਟ ਕਰਵਾਉਣੀ ਸ਼ੁਰੂ ਕਰ ਦੇਣ ਤਾਂ ਸ਼ਾਇਦ ਇਹ ਹੋ ਜਾਵੇ। ਹੁਣ ਗੱਲ ਇਹ ਹੈ ਕਿ ਅਸੀਂ, ਜਿਵੇਂ ਮੈਨੂੰ ਲੜਕੇ ਨੇ ਕਿਹਾ ਸੀ ਜਿਹੜਾ ਮੇਰੇ ਕੋਲ ਕੰਮ ਕਰਦਾ ਸੀ, ਕਿ ਸਾਡੇ ਬਾਬਾ ਜੀ ਕਹਿੰਦੇ ਹਨ, ਤੇ ਇਸ ਦਾ ਮਤਲਬ ਹੈ ਕਿ ਇਹ ਡੇਰਿਆਂ ਤੋਂ ਇਹ ਚੀਜ਼ਾਂ ਚਾਲੂ ਹੋਈਆਂ ਹਨ ਜੋ ਕਿ ਗੁਰੂ ਘਰਾਂ ਵਿੱਚ ਪੁੱਜੀਆਂ ਹਨ, ਸੰਗਤਾਂ ਤੱਕ ਪੁੱਜੀਆਂ ਹਨ। ਜੇ ਅਸੀਂ ਸੰਪੂਰਨ ਦਰਸ਼ਨ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ, ਤਾਂ 33 ਵਾਰੀ ਸਾਨੂੰ ਸੰਪੂਰਨ ਰੂਪ ਵਿੱਚ ਮੰਗਲਾਚਰਨ ਮਿਲਦਾ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਸ ਰੂਪ ਵਿੱਚ ਇਹ ਮੰਗਲਾਚਰਨ 33 ਵਾਰੀ ਹੈ। ਉਹ ਕੇਵਲ ਇਹੀ ਰੂਪ ਨਹੀਂ ਹੈ, 2 ਵਾਰੀ ਇੱਕ ਦੂਜਾ ਰੂਪ ਸਾਨੂੰ ਮਿਲਦਾ ਹੈ ਜੋ ਹੈ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ। 2 ਵਾਰੀ ਇਸ ਰੂਪ ਵਿੱਚ ਹੈ। 9 ਵਾਰੀ ਇੱਕ ਤੀਜਾ ਰੂਪ ਸਾਨੂੰ ਹੋਰ ਮਿਲਦਾ ਹੈ, ਉਹ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। 9 ਵਾਰੀ ਇਸ ਰੂਪ ਵਿੱਚ ਸਾਨੂੰ ਮੰਗਲਾਚਰਨ ਮਿਲ ਰਿਹਾ ਹੈ। ਸਭ ਤੋਂ ਸੂਖਮ ਰੂਪ ਜੋ ਸਭ ਤੋਂ ਜ਼ਿਆਦਾ ਵਾਰ ਦਰਜ ਕੀਤਾ ਗਿਆ ਹੈ ਉਹ ਹੈ ਇੱਕ ਓਂਕਾਰ ਸਤ ਗੁਰਪ੍ਰਸਾਦ। ਇਹ ਰੂਪ 519 ਵਾਰੀ ਦਰਜ ਹੈ। ਜਦੋਂ ਇਹਨਾਂ ਸਾਰਿਆਂ ਦਾ ਜੋੜ ਕਰੀਏ ਤਾਂ ਕੁੱਲ 563 ਵਾਰੀ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਵੱਖ-ਵੱਖ ਰੂਪਾਂ ਵਿੱਚ ਇਹ ਮੰਗਲਾਚਰਨ ਸਾਨੂੰ ਦਰਸ਼ਨ ਹੁੰਦੇ ਹਨ। ਹੁਣ ਆ ਜਾਂਦੇ ਹਾਂ ਆਦਿ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ 2 ਵਾਰੀ ਆਉਂਦਾ ਹੈ। ਪਹਿਲੀ ਵਾਰੀ ਜਪ ਬਾਣੀ ਦਾ ਪਹਿਲਾ ਸ਼ਲੋਕ ਅਤੇ ਦੂਜੀ ਵਾਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ। ਔਰ ਇੱਥੇ ਸਾਫ਼ ਅੰਕਿਤ ਹੈ ਸ਼ਲੋਕ ਆਦਿ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜਿੱਥੇ ਜਿੱਥੇ ਵੀ ਮੰਗਲਾਚਰਨ ਆਇਆ ਹੈ, ਕਿਸੇ ਵੀ ਰੂਪ ਵਿੱਚ ਆਇਆ ਹੋਵੇ, 563 ਵਾਰੀ ਜੋ 4 ਰੂਪਾਂ ਵਿੱਚ ਮੰਗਲਾਚਰਨ ਆਇਆ ਹੈ, ਕਿਸੇ ਦੇ ਵੀ ਅੱਗੇ ਬਾਅਦ ਵਿੱਚ ਆਦਿ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਹੀਂ ਹੈ। ਮੂਲ ਮੰਤਰ ਜਾਂ ਮੰਗਲਾਚਰਨ ਤੋਂ ਬਾਅਦ ਕਿਤੇ ਰਾਗ ਦੀ ਬਾਣੀ ਆਉਂਦੀ ਹੈ, ਕਿਤੇ ਵਾਰ ਕੋਈ ਆਉਂਦੀ ਹੈ, ਕਿਤੇ ਮੰਗਲਾਚਰਨ ਤੋਂ ਬਾਅਦ ਰਾਗ ਦਾ ਨਾਮ ਲਿਖਿਆ ਹੈ, ਕਿਤੇ ਪਹਿਲਾਂ ਰਾਗ ਦਾ ਨਾਮ ਲਿਖਿਆ ਹੈ, ਬਾਅਦ ਵਿੱਚ ਮੰਗਲਾਚਰਨ ਹੈ, ਉਪਰੰਤ ਸ਼ਬਦ ਸ਼ੁਰੂ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਸਾਨੂੰ ਸਪਸ਼ਟ ਗੁਰੂ ਸਾਹਿਬ ਦਾ ਹੁਕਮ ਹੈ
कि जो मंगलाचरण है वो एक ओंकार तो लैके गुरप्रसाद तक है। मेरे उपर विश्वास बेशक ना करो, मेरी गल ना मनो, आप गुरु ग्रंथ साहिब जी के संपूर्ण दर्शन करो, एक सहज पाठ करो अते आप इसका निर्णय करो कि जो मूल मंत्र जां मंगलाचरण है वो कित्थे तक है। साडे विच कमी घाट यही है कि असी किसी दे भी पिछे लग के गुरु की गल मनन की बजाय गुरु की गल तो दूर हो जाते हाँ अते मनमत करी जाते हाँ, चाहे वह अपनी चाहे वह किसी की। लोड़ है कि असी आप बाणी पढ़िए और विचार करिए कि गुरु साहब ने जो सानू सिद्धांत बख्शिश किया है असी उसनों उसे ढंग नाल ही अपने जीवन विच अमल विच लैके आइए। हालांकि बाणी जितनी भी पढ़ी जाए थोड़ी है, पर जदों मूल मंत्र का जाप हो रहा है तो मूल मंत्र जो गुरु साहब ने बख्शिश किया है उसे का ही जाप होना चाहिए है। इन्नियां बेनतियां प्रवान करियो। मिलांगे फिर किसी नवे विषय नाल। गल ठीक लगी होवे तां वीडियो को लाइक शेयर अते अपने अमूल्य विचार कमेंट राਹੀਂ दिओ। चैनल नूं सबसक्राइब करो। इस चैनल ते आप जी नाल धार्मिक अते समाजक विषयां दे बारे कोई ना कोई सांझ पांदे रहांगे। जल्दी मिलते हाँ किसी नवे विषय नाल। वाहिगुरू जी का खालसा वाहिगुरू जी की फतेह।